ਉਹਨਾਂ ਨੂੰ ਕਾਫੀ ਜਿਹੜੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ ਐਜ਼ ਅ ਸਿੱਖ ਆਫੀਸਰ ਸਿੱਖਾਂ ਦੇ ਖਿਲਾਫ ਔਰ ਜਿਹੜੇ ਸਿੱਖ ਪੰਜਾਬ ਦੇ ਵਿੱਚ ਆਪਣੀ ਜਦੋਜਹਿਦ ਕਰ ਰਹੇ ਸੀ ਉਹਨਾਂ ਦੇ ਖਿਲਾਫ ਕੁਝ ਮੰਦੇ ਸ਼ਬਦ ਉਹਨਾਂ ਨੇ ਇਸਤੇਮਾਲ ਕੀਤੇ। ਜਨਰਲ ਦਿਆਲ ਨੂੰ ਕਿਹਾ ਸੀਗਾ ਕਿ ਮੈਂ ਤੇਰੀ ਨੌਕਰੀ ਨਹੀਂ ਕਰਨੀ। ਇਹਨਾਂ ਨੇ ਜਨਰਲ ਸ਼ਵੇਕ ਸਿੰਘ ਹੁਣਾਂ ਦੇ ਨਾਲ ਸਰਵਿਸ ਵੀ ਕੀਤੀ ਹੈ। ਮੇਜਰ ਸਾਹਿਬ ਮੇਰੇ ਬੱਚੇ ਨੂੰ ਚੱਕ ਕੇ ਲੈ ਗਈ ਹੈ ਪੁਲਿਸ, ਜਾਂ ਮੇਰੇ ਭਰਾ ਨੂੰ ਲੈ ਗਈ ਹੈ। ਕੋਈ ਔਰਤ ਖੜੀ ਹੁੰਦੀ ਸੀ ਉਹ ਕਹਿੰਦੀ ਸੀ ਮੇਰੇ ਘਰ ਦੇ ਨੂੰ ਪੁਲਿਸ ਚੱਕ ਕੇ ਲੈ ਗਈ ਹੈ। ਪੁਲਿਸ ਵਾਲਿਆਂ ਨੇ ਜਿਹੜੀ ਹਾਇਰ ਕਰਕੇ ਅਸੈਸਿਨ ਜਿਹੜੇ ਹੈਗੇ ਨੇ ਉਹਨਾਂ ਦੇ ਥਰੂ ਉਹਨਾਂ ਦੀ ਸ਼ਹਾਦਤ ਹੋਈ। ਪੰਜਾਬ 'ਚ ਝੂਠੇ ਪੁਲਿਸ ਮੁਕਾਬਲਿਆਂ ਦੀ ਗਾਥਾ ਬਹੁਤ ਸਮੇਂ ਤੋਂ ਚੱਲਦੀ ਆ ਰਹੀ ਆ। ਬਹੁਤ ਸਾਰੇ ਲੋਕ ਜਿਹੜੇ ਨੇ ਇਸ ਗੱਲ ਦੀ ਗਵਾਹੀ ਭਰਦੇ ਨੇ। ਬਹੁਤ ਸਾਰੇ ਇਹਨਾਂ ਗੱਲਾਂ ਦੇ ਸਬੂਤ ਨੇ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਪੰਜਾਬ 'ਚ ਹੋਇਆ। ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲੇ ਹੋਏ। ਜਸਵੰਤ ਸਿੰਘ ਖਾਲੜਾ ਹੁਣਾਂ ਨੇ ਜਿਹੜੀ ਆ ਵਿਸ਼ਵ ਪੱਧਰ ਤੇ ਇਹ ਆਵਾਜ਼ ਉਠਾਈ ਸੀ ਅਤੇ ਨਾਲ ਸਬੂਤਾਂ ਦੇ ਇਹ ਗੱਲ ਉਹਨਾਂ ਨੇ ਸਾਬਤ ਕੀਤੀ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਕਈ ਥਾਈਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜਿਆ ਗਿਆ ਅਤੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ। ਸੋ ਅੱਜ ਕੁਝ ਇਸੇ ਤਰ੍ਹਾਂ ਦੀ ਹੀ ਪੇਸ਼ਕਸ਼ ਅਸੀਂ ਇੱਕ ਵਾਰੀ ਫਿਰ ਤੁਹਾਡੇ ਲਈ ਲੈ ਕੇ ਆਏ ਹਾਂ, ਖਾਸ ਟੀਵੀ ਪੰਜਾਬ ਤੇ ਸਾਡੇ ਨਾਲ ਅੱਜ ਜੁੜੇ ਹੋਏ ਨੇ ਬਰੈਂਪਟਨ ਤੋਂ ਬਲਜੀਤ ਸਿੰਘ ਘੁੰਮਣ ਜੀ, ਜਿਨ੍ਹਾਂ ਦੇ ਪਿਤਾ ਜੀ ਜਿਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਉਹਨਾਂ ਦਾ ਕਤਲ ਕੀਤਾ ਗਿਆ ਕਿਉਂਕਿ ਉਹ ਪੰਥਕ ਧਿਰਾਂ ਵਿੱਚ ਸਰਗਰਮ ਸਨ ਅਤੇ ਉਹਨਾਂ ਨੇ ਕਈ ਜਿਹੜੇ ਉਸ ਵਕਤ ਇੱਕ ਹਨੇਰੀ ਚੱਲ ਰਹੀ ਸੀ ਇਸ ਇਹਨਾਂ ਕਤਲਾਂ ਦੀ, ਝੂਠੇ ਮੁਕਾਬਲਿਆਂ ਦੀ, ਅਤੇ ਕਈ ਨੌਜਵਾਨ ਉਹਨਾਂ ਨੇ ਬਲਕਿ ਸੈਂਕੜੇ ਨੌਜਵਾਨ ਜਿਹੜੇ ਸੀ ਉਹਨਾਂ ਦੀ ਜਾਨ ਬਚਾਈ। ਸੋ ਬਲਜੀਤ ਸਿੰਘ ਹੁਣਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਪਿਤਾ ਜੀ ਮੇਜਰ ਬਲਦੇਵ ਸਿੰਘ ਘੁੰਮਣ ਹੁਣਾਂ ਬਾਰੇ ਕਿ ਉਹ ਕਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਫੌਜ ਦੇ ਵਿੱਚ ਸੇਵਾ ਦਿੱਤੀ ਅਤੇ ਉਸ ਤੋਂ ਬਾਅਦ ਉਹ ਪੰਥਕ ਧਿਰਾਂ 'ਚ ਸਰਗਰਮ ਹੋਏ ਤੇ ਕਿਸ ਤਰ੍ਹਾਂ ਫਿਰ ਉਹਨਾਂ ਦੀ ਜਾਨ ਗਈ। ਬਲਜੀਤ ਸਿੰਘ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਟੀਵੀ ਪੰਜਾਬ ਤੇ। ਹਾਂਜੀ, ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ। ਮੈਂ ਸ਼ੁਰੂਆਤ ਇੱਥੋਂ ਕਰਨਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਪਿਤਾ ਜਿਹੜੇ ਮੇਜਰ ਬਲਦੇਵ ਸਿੰਘ ਘੁੰਮਣ ਸੀ ਉਹਨਾਂ ਦੇ ਸਫ਼ਰ ਬਾਰੇ ਦੱਸ ਦਿਓ ਕਿ ਉਹ ਕਦੋਂ ਉਹਨਾਂ ਨੇ ਜਿਹੜੀ ਫੌਜ ਛੱਡ ਕੇ, ਕਿਹੜੇ ਅਹੁਦੇ ਤੇ ਛੱਡ ਕੇ ਤੇ ਕਿਉਂ ਛੱਡ ਕੇ ਉਹ ਇਸ ਪਾਸੇ ਆਏ ਸਨ। ਹਾਂਜੀ ਜੀ, ਮੇਰੇ ਪਿਤਾ ਜੀ ਜਿਵੇਂ ਤੁਸੀਂ ਕਿਹਾ ਮੇਜਰ ਬਲਦੇਵ ਸਿੰਘ ਜੀ ਘੁੰਮਣ, ਉਹਨਾਂ ਨੇ ਭਾਰਤੀ ਫੌਜ 1962 ਦੇ ਵਿੱਚ ਜੁਆਇਨ ਕੀਤੀ ਸੀ ਐਜ਼ ਅ ਲੈਫਟੀਨੈਂਟ ਔਰ ਆਲਮੋਸਟ 19-20 ਸਾਲ ਉਹਨਾਂ ਨੇ ਸਰਵਿਸ ਕੀਤੀ ਔਰ ਉਸ ਤੋਂ ਬਾਅਦ ਕੈਪਟਨ ਔਰ ਉਸ ਤੋਂ ਬਾਅਦ ਮੇਜਰ ਦੇ ਰੈਂਕ ਤੱਕ ਜਾ ਕੇ ਉਹਨਾਂ ਨੇ 1983 ਦੇ ਵਿੱਚ ਜਿਹੜਾ ਆਪਣਾ ਰੈਜ਼ਿਗਨੇਸ਼ਨ ਦੇ ਦਿੱਤਾ। ਔਰ 3 ਜਿਹੜੀਆਂ ਵੱਡੀਆਂ ਲੜਾਈਆਂ ਨੇ, ਇੱਕ ਚਾਈਨਾ ਦੇ ਨਾਲ, 2 ਪਾਕਿਸਤਾਨ ਦੇ ਨਾਲ, ਉਹਦੇ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਔਰ ਮੈਜੋਰਿਟੀ ਆਪਣਾ ਸਰਵਿਸ ਟਾਈਮ ਉਹਨਾਂ ਨੇ ਬਾਰਡਰ ਤੇ ਗੁਜ਼ਾਰਿਆ। ਔਰ ਜਦੋਂ ਉਹ ਅਸਾਮ ਦੇ ਵਿੱਚ ਤੇਜਪੁਰ ਸ਼ਹਿਰ ਦੇ ਵਿੱਚ ਜਦੋਂ ਪੋਸਟਡ ਸਨ, ਉਸ ਟਾਈਮ ਉੱਥੇ ਕੋਰ ਕਮਾਂਡਰ ਸਨ, ਜਿਹੜਾ 4 ਕਾਰਪਸ ਹੈ ਭਾਰਤ ਦਾ, ਜਿਹੜਾ ਈਸਟਰਨ ਕਮਾਂਡ, ਉਹਦੇ ਕਮਾਂਡਰ ਸਨ। ਔਰ ਉਸ ਵਕਤ ਉਹਨਾਂ ਨੂੰ ਕਾਫੀ ਜਿਹੜੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ ਐਜ਼ ਅ ਸਿੱਖ ਆਫੀਸਰ। ਉਹਨਾਂ ਦੀ 4 ਜਾਟ ਰੈਜੀਮੈਂਟ ਸੀ ਔਰ ਉਸ ਰੈਜੀਮੈਂਟ ਦੇ ਵਿੱਚ ਇੱਕੋ ਇਕੱਲੇ ਸਿੱਖ ਆਫੀਸਰ ਸਨ। ਔਰ ਇਵੈਂਚੁਅਲੀ ਉਹਨਾਂ ਦਾ ਇੱਕ ਪਾਰਟੀ ਦੇ ਵਿੱਚ, ਇੱਕ ਆਰਮੀ ਵਾਲਿਆਂ ਦੀ ਪਾਰਟੀ ਦੇ ਵਿੱਚ ਜਨਰਲ ਦਿਆਲ, ਉਹ ਇਹਨਾਂ ਦਾ ਜਨਰਲ ਸੀ ਉਸ ਵੇਲੇ, ਉਹਦੇ ਨਾਲ ਉਹਨਾਂ ਦਾ ਥੋੜੀ ਬਹਿਸ ਹੋ ਗਈ ਪਾਰਟੀ ਦੇ ਵਿੱਚ। ਔਰ ਜਨਰਲ ਦਿਆਲ ਔਰ ਕੁਝ ਹੋਰ ਸੀਨੀਅਰ ਆਫੀਸਰ ਸਿੱਖਾਂ ਦੇ ਖਿਲਾਫ ਔਰ ਜਿਹੜੇ ਸਿੱਖ ਪੰਜਾਬ ਦੇ ਵਿੱਚ ਆਪਣੀ ਜਦੋਜਹਿਦ ਕਰ ਰਹੇ ਸੀ ਉਹਨਾਂ ਦੇ ਖਿਲਾਫ ਕੁਝ ਮੰਦੇ ਸ਼ਬਦ ਉਹਨਾਂ ਨੇ ਇਸਤੇਮਾਲ ਕੀਤੇ। ਤਾਂ ਉਸ ਵਕਤ ਮੇਰੇ ਪਿਤਾ ਜੀ ਮੇਜਰ ਬਲਦੇਵ ਸਿੰਘ ਘੁੰਮਣ ਹੁਣਾਂ ਨੇ ਜਨਰਲ ਦਿਆਲ ਨੂੰ ਕਿਹਾ ਸੀਗਾ ਕਿ ਮੈਂ ਤੇਰੀ ਨੌਕਰੀ ਨਹੀਂ ਕਰਨੀ ਔਰ ਉਸ ਤੋਂ ਬਾਅਦ ਉਹਨਾਂ ਨੇ ਉੱਥੋਂ ਰਿਜ਼ਾਈਨ ਕਰਕੇ ਤੇ ਆਪ ਇੱਥੇ ਵਾਪਸ ਜਲੰਧਰ ਸ਼ਹਿਰ ਆ ਗਏ। ਅਸਤੀਫਾ ਦੇਣ ਤੋਂ ਬਾਅਦ ਫਿਰ ਉਹ ਆ ਕੇ ਕਿਹੜੀਆਂ ਸਰਗਰਮੀਆਂ ਕੀਤੀਆਂ ਉਹਨਾਂ ਨੇ? ਕਿ ਉਹ ਕਿਸੇ ਸਿਆਸਤ ਪੰਥਕ ਧਿਰ ਨਾਲ ਜੁੜੇ ਸਨ ਜਾਂ ਆਪਣੇ ਪੱਧਰ ਤੇ ਉਹ ਕੰਮ ਕਰਦੇ ਸੀ? ਹਾਂਜੀ, ਜਦੋਂ ਤੇ ਪਹਿਲੋਂ ਜੀ ਜਲੰਧਰ ਉਹ ਆਏ ਨੇ ਤੇ ਉੱਥੇ ਜਿਹੜਾ ਸੋਸ਼ਲ ਵਰਕ, ਜਿਹੜਾ ਲੋਕਲ ਸੋਸ਼ਲ ਵਰਕ, ਜਿਹੜੀਆਂ ਲੋਕਲ ਲੋਕਾਂ ਦੀਆਂ ਪ੍ਰੋਬਲਮਸ ਲੋਕੀ ਉਹਨਾਂ ਕੋਲ ਆਉਂਦੇ ਸੀ ਐਜ਼ ਆਰਮੀ ਆਫੀਸਰ, ਸੀਨੀਅਰ ਆਰਮੀ ਆਫੀਸਰ ਰਹੇ ਨੇ ਆਪਣੀਆਂ ਦਿੱਕਤਾਂ ਲੈ ਕੇ। ਉਸ ਤੋਂ ਬਾਅਦ ਜਿਹੜੀਆਂ ਲੋਕਲ ਇਸ਼ੂਜ਼ ਤੋਂ ਉੱਠਦੇ ਫਿਰ ਜਦੋਂ ਉਹਨਾਂ ਨੇ ਦੇਖਿਆ ਕਿ ਪੰਜਾਬ ਦੇ ਵਿੱਚ ਹੋਰ ਕੀ ਕੁਛ ਹੋ ਰਿਹਾ ਹੈ, ਜਿਹੜੀਆਂ ਉਹਨਾਂ ਸਰਗਰਮੀਆਂ, ਜਿਹੜੀਆਂ ਪੰਥਕ ਸਰਗਰਮੀਆਂ, ਉਹਨਾਂ ਦੇ ਵਿੱਚ ਉਹ ਪਾਰਟੀਸਪੇਸ਼ਨ ਉਹਨਾਂ ਦੀ ਸ਼ੁਰੂ ਹੋ ਗਈ। ਔਰ ਉਸ ਤੋਂ ਬਾਅਦ ਉਹ ਪਾਰਟੀਸਪੇਸ਼ਨ ਦੇ ਵਿੱਚ ਉਹ ਕਈ ਹੋਰ ਲੋਕਾਂ ਨੂੰ ਮਿਲੇ, ਜਿਸ ਤੋਂ ਬਾਅਦ ਫਿਰ ਉਹ ਜਿਹੜੀ ਉਹਨਾਂ ਦੀ ਪੰਥਕ ਐਕਟੀਵਿਟੀਜ਼, ਉਹਨਾਂ ਦਾ ਜਿਹੜਾ ਰੁਝਾਨ, ਉਹਨਾਂ ਦਾ ਇੰਟਰਸਟ ਜਿਹੜੇ ਸਿੱਖ ਇਸ਼ੂਜ਼ ਨੇ ਉਹਨਾਂ ਵੱਲ ਕਾਫੀ ਚਲਾ ਗਿਆ।
ਅਸੀਂ ਦੇਖਦੇ ਹਾਂ ਕਿ ਉਸ ਦੌਰ ਦੇ ਵਿੱਚ ਕਾਫੀ ਜਿਹੜੇ ਭਾਰਤੀ ਫੌਜ 'ਚ ਕੁਛ ਇੱਕ ਵੱਡੇ ਅਫਸਰ ਵੀ ਸੀਗੇ, ਉਹ ਆ ਕੇ ਇਸ ਸੰਘਰਸ਼ ਨਾਲ ਜੁੜੇ ਸੀ, ਖਾਸ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ। ਖਾਸ ਕਰਕੇ ਜੇ ਅਸੀਂ ਗੱਲ ਜੀ ਕਰੀਏ ਜਨਰਲ ਸੁਬੇਗ ਸਿੰਘ ਉਹਨਾਂ ਦੀ, ਤਾਂ ਜੀ ਤੁਹਾਡੇ ਪਿਤਾ ਜਾਂ ਫਾਦਰ ਸਾਹਿਬ ਉਹ ਵੀ ਇਸ ਪਾਸੇ ਨੂੰ ਗਏ ਕਿ ਉਹ ਵੀ ਜਾ ਕੇ ਕਿਤੇ ਜੁੜਨ, ਜਾਂ ਉਹ ਆਪਣੇ ਪੱਧਰ ਤੇ ਹੀ ਜਾਂ ਮੁਲਾਕਾਤਾਂ ਹੋਈਆਂ ਹੋਣਗੀਆਂ ਕਿਤੇ ਉਹਨਾਂ ਦੀਆਂ ਕਿ ਨਹੀਂ? ਹਾਂਜੀ, ਜਿਹੜੇ ਜਿਹੜੇ ਮੇਰੇ ਪਿਤਾ ਜੀ ਨੇ ਇਸ ਤਰ੍ਹਾਂ ਕੰਮ ਕੀਤਾ ਹੈ ਕਿ ਉਹ ਸਾਰੀਆਂ ਸੰਸਥਾਵਾਂ ਦੇ ਨਾਲ ਉਹਨਾਂ ਦਾ ਮੇਲ ਮਿਲਾਪ ਸੀ। ਸਾਰੀਆਂ ਸੰਸਥਾਵਾਂ, ਸਾਰੀਆਂ ਜਥੇਬੰਦੀਆਂ, ਸਾਰੇ ਜਿਹੜੀਆਂ ਸਿੱਖ ਧਿਰਾਂ ਸਨ ਵੱਖਰੀਆਂ ਵੱਖਰੀਆਂ, ਉਹਨਾਂ ਦੀ ਇੱਜ਼ਤ ਕਰਦੀਆਂ ਸਨ। ਔਰ ਜੀ ਇੱਥੋਂ ਤੱਕ ਕਿ ਕਈ ਧਿਰਾਂ ਦੇ ਵਿੱਚ ਇਹਨਾਂ ਨੇ ਸੁਲ੍ਹਾ ਸਫਾਈ ਵੀ ਕਰਾਈ ਹੈ। ਔਰ ਉਸ ਜੀ ਤੋਂ ਬਾਅਦ ਇਹਨਾਂ ਨੇ ਜਨਰਲ ਸ਼ਵੇਕ ਸਿੰਘ ਹੁਣਾਂ ਦੇ ਨਾਲ ਸਰਵਿਸ ਵੀ ਕੀਤੀ ਹੈ, ਜਨਰਲ ਬਿਕਰਮਜੀਤ ਸਿੰਘ, ਜਨਰਲ ਅਰੋੜਾ, ਇਹਨਾਂ ਦੇ ਸਾਰਿਆਂ ਦੇ ਨਾਲ, ਇਹਨਾਂ ਦੇ ਅੰਡਰ ਇਹਨਾਂ ਨੇ ਸਰਵਿਸ ਕੀਤੀ ਹੈ ਉਸ ਵਕਤ। ਔਰ ਇਹਨਾਂ ਦੇ ਜੀ ਨਾਲ ਉਹਨਾਂ ਦਾ ਤਾਲਮੇਲ ਰਹਿੰਦਾ ਸੀ। ਉਸ ਸਮੇਂ ਮੇਰੀ ਉਮਰ ਤਕਰੀਬਨ 12 ਕੁ ਸਾਲ ਸੀ, ਸੋ ਮੈਨੂੰ ਜੀ ਕਈ ਚੀਜ਼ਾਂ ਦਾ ਨਹੀਂ ਵੀ ਪਤਾ ਹੈਗਾ, ਪਰ ਇੰਨਾ ਜੀ ਜ਼ਰੂਰ ਪਤਾ ਹੈ ਕਿ ਉਹ ਰੋਜ਼ ਘਰੋਂ ਚਲੇ ਜਾਂਦੇ ਸਨ। ਔਰ ਜੀ ਉਹਨਾਂ ਦੀਆਂ ਐਕਟੀਵਿਟੀਜ਼, ਚੌਂਕ ਮਹਿਤੇ ਉਹਨਾਂ ਨੇ ਜਾਣਾ। ਜੀ ਉਸ ਤੋਂ ਬਾਅਦ ਬਾਬਾ ਠਾਕੁਰ ਸਿੰਘ ਹੁਣਾਂ ਦੇ ਨਾਲ ਉਹਨਾਂ ਦੇ ਰਿਲੇਸ਼ਨ ਬੜੇ ਚੰਗੇ ਸਨ, ਸਰਦਾਰ ਜੀ ਸਿਮਰਨਜੀਤ ਸਿੰਘ ਮਾਨ ਹੁਣਾਂ ਦੇ ਨਾਲ। ਔਰ ਜੀ ਇਵੈਂਚੁਅਲੀ ਫਿਰ ਉਹ ਜੋ ਅਕਾਲੀ ਦਲ ਅੰਮ੍ਰਿਤਸਰ ਉਸ ਵੇਲੇ ਬਣਿਆ, ਉਹਦੇ ਜੀ ਵਿੱਚ ਉਹ ਕਾਫੀ ਐਕਟਿਵ ਰਹੇ ਨੇ 1988 ਤੋਂ ਲੈ ਕੇ 1990 ਤੱਕ। ਤੁਹਾਨੂੰ ਵੈਸੇ ਤੁਹਾਡੀ, ਤੁਸੀਂ ਦੱਸਿਆ ਕਿ ਉਸ ਵਕਤ ਉਮਰ ਘੱਟ ਸੀ, ਪਰ ਕਦੇ ਉਹਨਾਂ ਨੇ ਇਹਨਾਂ ਮੁਲਾਕਾਤਾਂ ਦਾ ਕਦੇ ਪਰਿਵਾਰ 'ਚ ਕਦੇ ਵੇਰਵਾ ਸਾਂਝਾ ਕੀਤਾ, ਕੋਈ ਕਦੇ ਕੋਈ ਤੁਹਾਨੂੰ ਇਸ ਬਾਰੇ ਕੋਈ ਕਿੱਸਾ ਪਤਾ ਹੋਵੇ? ਉਹ ਆਪਣੀ ਜਿਹੜੀ ਆਈ ਥਿੰਕ ਜਿਹੜੀ ਬਾਹਰ ਦੀਆਂ ਐਕਟੀਵਿਟੀਜ਼ ਸੀਗੀਆਂ, ਉਹ ਬੱਚਿਆਂ ਦੇ ਨਾਲ ਬਹੁਤ ਘੱਟ ਉਹ ਸਾਡੇ ਨਾਲ ਸਾਂਝੀਆਂ ਹੋਈਆਂ। ਮੈਨੂੰ ਵੀ ਕਾਫੀ ਇਨਫੋਰਮੇਸ਼ਨ ਮਦਰ ਦੇ ਥਰੂ ਮਿਲੀ ਹੈ। ਔਰ ਉਸ ਜੀ ਤੋਂ ਬਾਅਦ ਜਿਹੜੀ ਇਨਫੋਰਮੇਸ਼ਨ ਮੇਰੇ ਸਾਹਮਣੇ ਆ ਉਹ ਮੈਨੂੰ ਪਤਾ ਹੈ, ਪਰ ਕਾਫੀ ਇਨਫੋਰਮੇਸ਼ਨ ਮੇਰੇ ਮਦਰ ਦੇ ਥਰੂ ਮੈਨੂੰ ਮਿਲੀ ਹੈ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਹਟਦਾ, ਉਸ ਤੋਂ ਬਾਅਦ ਜਦੋਂ ਝੂਠੇ ਪੁਲਿਸ ਮੁਕਾਬਲੇ ਵੀ ਉਸ ਵਕਤ ਚੱਲ ਰਹੇ ਸੀ, ਉਸ ਵਕਤ ਕਿਉਂਕਿ ਤੁਸੀਂ ਦੱਸਿਆ ਕਿ ਉਹ ਕਾਰਨ ਵੀ ਇਹੀ ਬਣਿਆ ਉਹਨਾਂ ਦੀ ਜੋ ਸ਼ਹਾਦਤ ਹੋਈ ਹੈ, ਉਸ ਵਕਤ ਬਿਲਕੁਲ। ਉਹਨਾਂ ਦਾ ਰੋਲ ਕਿਹੋ ਜਿਹਾ ਸੀ? ਉਸ ਤੋਂ ਬਾਅਦ ਜੀ ਉਹ ਅਕਾਲੀ ਦਲ ਅੰਮ੍ਰਿਤਸਰ ਔਰ ਮਾਨ ਦਲ ਦੇ ਨਾਲ ਜਦੋਂ ਉਹਦੇ ਵਿੱਚ ਕਾਫੀ ਐਕਟਿਵ ਰਹੇ ਨੇ। ਔਰ ਇਹਨਾਂ ਦੀ ਜਿਹੜੀਆਂ ਡਿਊਟੀ ਸੀਗੀਆਂ ਉਹ ਜੀ ਇਹੀ ਸੀਗੀਆਂ ਕਿ ਜਿਹੜੇ ਲੋਕ ਸਾਡੇ ਘਰੇ, ਮੈਨੂੰ ਇੰਨਾ ਯਾਦ ਹੈ ਕਿ ਸਾਡੇ ਘਰੇ ਸਵੇਰੇ 4:30 5 ਵਜੇ ਸਾਡਾ ਗੇਟ ਖੜਕ ਜਾਂਦਾ ਸੀਗਾ, ਤੇ ਕੋਈ ਨਾ ਜੀ ਕੋਈ ਬਜ਼ੁਰਗ ਜਾਂ ਕੋਈ ਹੋਰ ਸਾਡੇ ਗੇਟ ਤੇ ਖਲੋਤਾ ਹੁੰਦਾ ਸੀ। ਉਹੀ ਕਹਿੰਦਾ ਸੀਗਾ ਕਿ ਮੇਜਰ ਸਾਹਿਬ ਮੇਰੇ ਬੱਚੇ ਨੂੰ ਚੱਕ ਕੇ ਲੈ ਗਈ ਹੈ ਪੁਲਿਸ, ਜਾਂ ਮੇਰੇ ਭਰਾ ਨੂੰ ਲੈ ਗਈ ਹੈ। ਕੋਈ ਔਰਤ ਖੜੀ ਜੀ ਹੁੰਦੀ ਸੀ, ਉਹ ਕਹਿੰਦੀ ਸੀ ਮੇਰੇ ਘਰਦੇ ਨੂੰ ਪੁਲਿਸ ਚੱਕ ਕੇ ਲੈ ਗਈ ਹੈ। ਔਰ ਮੈਨੂੰ ਹਜੇ ਤੱਕ ਉਹ ਯਾਦਦਾਸ਼ਤ ਹੈ, ਜਿੱਥੇ ਮੇਰੇ ਪਿਤਾ ਜੀ ਜਿਸ ਤਰ੍ਹਾਂ ਵੀ ਨਾਈਟ ਸੂਟ 'ਚ ਹੁੰਦੇ ਸੀਗੇ, ਤੇ ਉਹਨਾਂ ਨੇ ਜੀ ਦਸਤਾਰ ਵੀ ਪੂਰੀ ਨਹੀਂ ਬੰਨ੍ਹਣੀ, ਛੋਟਾ ਪਰਨਾ ਬੰਨ੍ਹ ਕੇ, ਤੇ ਉਸੇ ਤਰ੍ਹਾਂ ਦੌੜ ਜਾਣਾ ਉਸ ਬੰਦੇ ਦੇ ਨਾਲ। ਔਰ ਜੀ ਔਰ ਉਸ ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਬੱਚਿਆਂ ਨੂੰ, ਨੌਜਵਾਨਾਂ ਨੂੰ ਛੁਡਾ ਕੇ ਉਹ ਘਰੇ ਛੱਡ ਕੇ ਆਪ ਆਉਂਦੇ ਸੀ, ਕਿਉਂਕਿ ਉੱਥੇ ਇੱਕ ਰੁਝਾਨ ਬਣ ਗਿਆ ਸੀਗਾ ਕਿ ਜਦੋਂ ਰਿਹਾਈ ਹੁੰਦੀ ਸੀ ਤੇ ਦੁਬਾਰਾ ਕੇਸ ਪਾ ਕੇ ਫਿਰ ਅੰਦਰ ਕਰ ਦਿੱਤਾ ਜਾਂਦਾ ਸੀ ਬੰਦੇ ਨੂੰ। ਉਹ ਮੇਕ ਜੀ ਸ਼ੋਰ ਕਰਦੇ ਸੀਗੇ ਕਿ ਆਪ ਨਾਲ ਜਾ ਕੇ ਘਰੇ ਛੱਡ ਕੇ ਆਉਣ। ਔਰ ਬਹੁਤ ਸਾਰੇ ਉਹਨਾਂ ਨੌਜਵਾਨਾਂ ਦੇ ਜਿਹੜੇ ਪੇਰੈਂਟਸ ਜਾਂ ਰਿਸ਼ਤੇਦਾਰ, ਉਹ ਮੁੜ ਕੇ ਸਾਡੇ ਘਰੇ ਆਉਂਦੇ ਸੀ ਉਹਨਾਂ ਦਾ ਪਿਤਾ ਜੀ ਦਾ ਧੰਨਵਾਦ ਕਰਨ। ਔਰ ਮੈਨੂੰ ਜੀ ਹਜੇ ਤੱਕ ਇੱਕ ਬਜ਼ੁਰਗ, ਬਹੁਤ ਗਰੀਬ ਬਜ਼ੁਰਗ ਯਾਦ ਹੈ, ਜਿਹੜਾ ਸਾਡੇ ਘਰੇ ਬਹੁਤ ਸਵੇਰੇ ਆਇਆ। ਔਰ ਮੈਨੂੰ ਯਾਦ ਹੈ ਰੋਜ਼ ਆਉਂਦਾ ਹੁੰਦਾ ਸੀਗਾ, ਤੇ ਉਸ ਦਾ ਜਿਹੜਾ ਨੌਜਵਾਨ ਮੁੰਡਾ ਉਹ ਪਿਤਾ ਜੀ ਨੇ ਬਚਾ ਕੇ ਘਰੇ ਪਹੁੰਚਾਤਾ। ਔਰ ਜੀ ਉਹ ਛੋਟਾ ਜਿਹਾ ਮਠਾਈ ਦਾ ਡੱਬਾ ਲੈ ਕੇ ਸਾਡੇ ਘਰੇ ਸਵੇਰੇ 5-6 ਵਜੇ ਪਹੁੰਚ ਗਿਆ ਸੀਗਾ, ਤੇ ਜੀ ਤਾਂ ਕਿ ਉਹ ਸਾਡਾ ਧੰਨਵਾਦ ਕਰ ਸਕੇ। ਉਹ ਮੈਨੂੰ ਹਜੇ ਤੱਕ ਯਾਦ ਹੈ ਉਸੇ। ਇਸ ਦੌਰਾਨ, ਕਿਉਂਕਿ ਇਹ ਮੇਰੇ ਖਿਆਲ ਨਾਲ ਹੋਰ ਵੀ ਬਹੁਤ ਸਾਰੇ ਕਿਉਂਕਿ ਕਈ ਲੀਡਰ ਜਿਹੜੇ ਆ, ਲੋਕ ਆਪਣੇ ਇਲਾਕੇ 'ਚ ਕੰਮ ਕਰਾਉਂਦੇ ਹੁੰਦੇ ਸੀ, ਜਿਵੇਂ ਤੁਹਾਡੇ ਪਿਤਾ ਕਰਾਉਂਦੇ ਹੁੰਦੇ ਸੀ, ਤਾਂ ਅਕਸਰ ਕਹਿੰਦੇ ਸੀ ਕਿ ਇਸ ਜੀ ਦੌਰਾਨ ਕਈ ਵਾਰ ਪੁਲਿਸ ਵਾਲਿਆਂ ਦਾ ਕਈ ਵਾਰ ਉੱਚਾ ਨੀਵਾਂ ਵੀ ਬੋਲ ਹੁੰਦਾ ਸੀ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸਨ ਅਫਸਰਾਂ ਦੇ ਨਾਲ। ਕਈ ਵਾਰ ਉਹ ਮਨਾ ਵੀ ਕਰ ਦਿੰਦੇ ਸੀ, ਨਾ ਵੀ ਕਰ ਦਿੰਦੇ ਸੀ ਕਿ ਸਾਡੇ ਕੋਲੇ ਬੰਦਾ ਹੈ ਨੀਗਾ। ਸੋ ਕਦੇ ਉਹਨਾਂ ਦੀ ਕਿਸੇ ਅਫਸਰ ਨਾਲ ਇਸ ਗੱਲ ਪਿੱਛੇ ਕਿਤੇ ਕੋਈ ਤੂੰ ਮੈਂ ਹੋਈ? ਮੈਨੂੰ ਡਿਟੇਲ ਵਿੱਚ ਤੇ ਨਹੀਂ ਪਤਾ, ਪਰ ਮੈਂ ਸ਼ੋਰ ਹਾਂ ਜਦੋਂ ਇਸ ਕੰਮ 'ਚ ਤੁਸੀਂ ਜਾਣਾ ਹੈ ਤੇ ਪੁਲਿਸ ਵਾਲਿਆਂ ਨਾਲ ਕਿਤੇ ਨਾ ਕਿਤੇ ਤੇ ਕੋਈ ਗੱਲ ਹੋਣੀ ਹੈ। ਪਰ ਮੇਰੇ ਪਿਤਾ ਜੀ ਦਾ ਐਜ਼ ਆਰਮੀ ਆਫੀਸਰ, ਉਹਨਾਂ ਦਾ ਇੱਕ ਬਹੁਤ ਰੋਹਬਦਾਰ ਕਰੈਕਟਰ ਸੀ। ਜਦੋਂ ਉਹ ਗੱਲ ਕਰਦੇ ਸੀ ਕਿਸੇ ਆਫੀਸਰਸ ਦੇ ਨਾਲ, ਉਹ ਉਹਨਾਂ ਦੇ ਬਰਾਬਰ ਬੈਠ ਕੇ ਉਹਨਾਂ ਦੀ ਬਰਾਬਰੀ ਤੇ ਗੱਲ ਕਰਦੇ ਸੀਗੇ। ਉਹ ਜੀ ਉੱਥੇ ਲਿਜਾ ਕੇ ਰਿਕੁਐਸਟ ਲੈ ਕੇ ਨਹੀਂ ਸੀ ਜਾਂਦੇ, ਉਹ ਆਪਣੇ ਐਜ਼ ਅ ਰਾਈਟ ਕਿ ਸਿੱਖਾਂ ਦੇ ਕੀ ਹੱਕ ਨੇ
ਔਰ ਕੀ ਗੈਰ ਜੀ ਕਾਨੂੰਨੀ ਹੈ, ਕੀ ਕਾਨੂੰਨੀ ਹੈ, ਉਹਦੇ ਮੁਤਾਬਕ ਉਹਨਾਂ ਦੇ ਬਰਾਬਰ ਬਹਿ ਕੇ ਗੱਲ ਕਰਦੇ ਸੀਗੇ। ਇਸ ਗੱਲ ਦਾ ਇੱਕ ਤੇ ਮੈਨੂੰ ਉਦਾਂ ਵੀ ਪਤਾ ਕਿ ਉਹਨਾਂ ਦਾ ਜਿਹੜਾ ਕਰੈਕਟਰ, ਉਹਨਾਂ ਦਾ ਸੁਭਾਅ ਮੈਨੂੰ ਪਤਾ ਹੈ, ਪਰ ਉਹਨਾਂ ਦੇ ਨਾਲ ਜਿਹੜੇ ਹੋਰ ਪੋਲੀਟੀਕਲ ਐਕਟਿਵਿਸਟ, ਹਿਊਮਨ ਰਾਈਟਸ ਐਕਟਿਵਿਸਟ ਕੰਮ ਕਰਦੇ ਰਹੇ ਨੇ, ਉਹਨਾਂ ਦੇ ਨਾਲ ਜੀ ਜਦੋਂ ਮੈਂ ਗੱਲਬਾਤ ਹੁਣ ਬਾਅਦ ਚ ਵੀ ਕਰਦਾ ਤੇ ਉਹ ਦੱਸਦੇ ਨੇ ਕਿ ਮੇਰੇ ਪਿਤਾ ਜੀ ਕਿਸ ਤਰ੍ਹਾਂ ਐਸਪੀ, ਡੀਐਸਪੀ ਜਾਂ ਡੀਆਈਜੀ ਜਾਂ ਇਵਨ ਆਰਮੀ ਦੇ ਆਫੀਸਰਸ ਉਹਨਾਂ ਨਾਲ ਕਿਸ ਤਰ੍ਹਾਂ ਰੋਬ ਦੇ ਨਾਲ ਗੱਲ ਕਰਦੇ ਸੀ, ਜਿੱਥੇ ਮਰਜ਼ੀ ਇਹ ਵਾਕ ਇਨ ਕਰ ਜਾਂਦੇ ਸੀਗੇ। ਔਰ ਜੀ ਇਹੀ ਇੱਕ ਇਸ਼ੂ ਸੀਗਾ ਕਿ ਪੁਲਿਸ ਵਾਲਿਆਂ ਨੂੰ ਵੀ ਨਹੀਂ ਸੀ ਸਮਝ ਲੱਗਦਾ ਕਿ ਇਸ ਬੰਦੇ ਨਾਲ ਅਸੀਂ ਡੀਲ ਕਿੱਦਾਂ ਕਰੀਏ, ਕਿਉਂਕਿ ਇਹ ਬੰਦੇ ਛੁਡਾ ਕੇ ਲੈ ਜਾਂਦਾ ਹੈ। ਕਿੰਨੇ ਕੁ ਨੌਜਵਾਨਾਂ ਦੀ ਉਸ ਵਕਤ ਮਦਦ ਕੀਤੀ ਜਾਂ ਪਰਿਵਾਰਾਂ ਦੀ ਮਦਦ ਕੀਤੀ ਉਹਨਾਂ ਨੇ? ਹਾਂਜੀ ਜੀ, ਇਹਦਾ ਅੰਦਾਜ਼ਾ ਤੇ ਸਾਨੂੰ ਪਹਿਲੋਂ ਨਹੀਂ ਸੀਗਾ, ਹੁਣ ਥੋੜਾ ਬਹੁਤ ਅੰਦਾਜ਼ਾ ਹੋਇਆ ਹੈ। ਇੰਨਾ ਕੁ ਪਤਾ ਸੀਗਾ ਕਿ ਜਿਹੜੇ ਘਰ ਆਉਂਦੇ ਨੇ ਜੇ ਉਹਨਾਂ ਦਾ, ਤੇ ਮੁੜ ਕੇ ਜਦੋਂ ਜੁਲਾਈ 1990 ਵਿੱਚ ਪਿਤਾ ਜੀ ਦਾ ਜਦੋਂ ਭੋਗ ਸੀਗਾ ਜਲੰਧਰ ਗੁਰਦੁਆਰਾ ਸਾਹਿਬ ਵਿੱਚ, ਤੇ ਉੱਥੇ ਜੀ ਉਸ ਦਿਨ ਪੰਜਾਬ ਬੰਦ ਸੀਗਾ, ਪਰ ਪੰਜਾਬ ਬੰਦ ਹੋਣ ਦੇ ਬਾਵਜੂਦ ਗੁਰਦੁਆਰਾ ਸਾਹਿਬ ਪੂਰਾ ਭਰ ਗਿਆ ਸੀ ਔਰ ਕਾਫੀ ਟਰਾਲੀਆਂ ਭਰ ਭਰ ਕੇ ਲੋਕੀ ਵੱਖਰੇ ਵੱਖਰੇ ਪਿੰਡਾਂ ਤੋਂ ਪਹੁੰਚ ਰਹੇ ਸਨ। ਪਰ ਮੇਰੇ ਜੀ ਮਾਤਾ ਜੀ ਨੇ ਦੱਸਿਆ ਕਿ ਉਸ ਟਾਈਮ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਲੋਕ ਕੌਣ ਹੈ, ਤੇ ਜਦੋਂ ਭੋਗ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਹੋਈ, ਉਹਨਾਂ ਨੂੰ ਮਿਲੇ, ਤੇ ਹਰ ਕੋਈ ਦੱਸਦਾ ਸੀ ਜੀ ਮੈਂ ਫਲਾਣੇ ਪਿੰਡ ਤੋਂ ਆਇਆ, ਮੈਂ ਫਲਾਣੇ ਪਿੰਡ ਤੋਂ ਆਇਆ, ਸਾਡਾ ਮੁੰਡਾ ਬਚਾਇਆ ਹੈ, ਕੋਈ ਕਹਿੰਦਾ ਸੀ ਮੇਰੇ ਭੂਆ ਦਾ ਮੁੰਡਾ ਬਚਾਇਆ ਹੈ, ਕੋਈ ਕਹਿੰਦਾ ਸੀ ਜੀ ਸਾਡੇ ਡੰਗਰ, ਸਾਡੇ ਟਰੈਕਟਰ ਸਾਰੇ ਪੁਲਿਸ ਵਾਲੇ ਲੈ ਗਏ, ਉਹ ਇਹਨਾਂ ਨੇ ਵਾਪਸ ਦਵਾਏ ਨੇ। ਸੋ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਗੁਰਦਾਸਪੁਰ, ਇਹਨਾਂ ਜ਼ਿਲ੍ਹਿਆਂ ਤੋਂ ਲੋਕੀ ਉੱਥੇ ਪਹੁੰਚੇ ਹੋਏ ਸੀਗੇ। ਸੋ ਇੱਕ ਅੰਦਾਜ਼ਾ ਜਿਹੜਾ ਅਸੀਂ ਲਾਉਂਦੇ ਹਾਂ ਕਿ ਤਕਰੀਬਨ ਹੋ ਸਕਦਾ ਹੈ ਕਿ 200 ਜਾਂ 250 ਐਟਲੀਸਟ ਮਿਨੀਮਮ, ਮੈਂ ਸਿਰਫ 4 ਜ਼ਿਲ੍ਹਿਆਂ ਦੀ ਗੱਲ ਕਰ ਰਿਹਾ ਕਿ ਇਹਦੇ ਵਿੱਚ ਐਸੇ ਨੌਜਵਾਨਾਂ ਦੀਆਂ ਜਾਨਾਂ ਬਚਾਈਆਂ ਨੇ। ਔਰ ਰੀਸੈਂਟਲੀ ਵੀ ਜਦੋਂ ਵੀ ਮੈਂ ਕਿਤੇ ਜਾਣਾ, ਮਿਲਦਾ, ਲੋਕ ਮਿਲਦੇ ਨੇ, ਉਹ ਕੋਈ ਨਾ ਕੋਈ ਐਸੀ ਗੱਲ ਦੱਸਦੇ ਨੇ ਜਿੱਥੋਂ ਪਤਾ ਲੱਗਦਾ ਕਿ ਉਹਨਾਂ ਨੇ ਫਲਾਣੀ ਜਗ੍ਹਾ ਤੇ ਵੀ ਜਿਹੜੇ ਨੌਜਵਾਨਾਂ ਦੀ ਮਦਦ ਕੀਤੀ ਹੈ। ਉਹਨਾਂ ਦੀ ਤੁਸੀਂ ਦੱਸਿਆ ਸੀ ਕਿ ਜਲੰਧਰ ਦੇ ਵਿੱਚ ਉਹਨਾਂ ਦੀ ਮੌਤ ਹੋਈ ਸੀ, ਉਹਨਾਂ ਤੇ ਹਮਲਾ ਹੋਇਆ ਸੀ, ਤੇ ਉਹ ਜੀ ਕਿਸ ਤਰ੍ਹਾਂ ਉਹ ਸਾਰਾ ਵਾਕਿਆ ਹੋਇਆ, ਉਸ ਬਾਰੇ ਥੋੜੀ ਜਾਣਕਾਰੀ ਜੀ। ਹਾਂਜੀ, ਉਸ ਵਕਤ ਮੈਂ ਉੱਥੇ ਨਹੀਂ ਸੀਗਾ, ਕਿਉਂਕਿ ਮੇਰੇ ਕੈਨੇਡਾ ਆਉਣ ਤੋਂ ਬਾਅਦ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਔਰ 23 ਜੂਨ 1990 ਨੂੰ ਉਹਨਾਂ ਨੂੰ ਜਲੰਧਰ, ਜਿੱਥੇ ਉਹਨਾਂ ਦਾ ਘਰ ਸੀ, ਉੱਥੇ ਰਹਿ ਰਹੇ ਸਨ। ਉੱਥੇ ਜਿਹੜੀ ਕੈਟ ਫਿਨੋਮੀਨਾ ਹੈ, ਪੁਲਿਸ ਵਾਲਿਆਂ ਨੇ ਜਿਹੜੇ ਹਾਇਰ ਕਰਕੇ ਅਸੈਸਿਨ ਜਿਹੜੇ ਹੈਗੇ ਨੇ, ਉਹਨਾਂ ਦੇ ਥਰੂ ਉਹਨਾਂ ਦੀ ਸ਼ਹਾਦਤ ਹੋਈ। ਔਰ ਉਹ ਸ਼ਹਾਦਤ ਨੂੰ ਹੁਣ 30 ਸਾਲ 2020 ਦੇ ਵਿੱਚ, ਜੂਨ 23 2020 ਦੇ ਵਿੱਚ 30 ਸਾਲ ਹੋ ਜਾਣੇ ਨੇ। ਔਰ ਇਹਨੂੰ ਹੁਣ 30 ਸਾਲ ਹੋ ਗਏ ਜੀ। ਉਸ ਤੋਂ ਬਾਅਦ ਉਹਦਾ ਕੋਈ ਇਨਫੋਰਮੇਸ਼ਨ ਜਾਂ ਕੋਈ ਉਹਦਾ ਜਸਟਿਸ ਅਜੇ ਤੱਕ ਨਹੀਂ ਮਿਲਿਆ। ਤੁਸੀਂ ਕੋਈ ਪੈਰਵਾਈ ਕੀਤੀ ਇਸ ਕੇਸ ਦੀ ਜਾਂ ਤੁਹਾਡੇ ਪਰਿਵਾਰ ਨੇ? ਪਰ ਤੁਸੀਂ ਇੱਥੇ ਆ ਗਏ ਸੀ ਉਸ ਤੋਂ ਬਾਅਦ, ਜਾਂ ਇੰਡੀਆ ਜਾ ਕੇ, ਜਾਂ ਉੱਥੋਂ ਕਿਸੇ ਪਰਿਵਾਰ ਨੇ, ਕਿਸੇ ਨੇ ਕੋਈ ਇਸ ਕੇਸ ਦੀ ਪੈਰਵਾਈ ਕੀਤੀ? ਨਹੀਂ ਜੀ, ਉੱਥੇ ਕਿਸੇ ਵੀ ਜਿਹੜੀ ਪੋਲੀਟੀਕਲ ਧਿਰਾਂ ਸੀ ਜਿਨ੍ਹਾਂ ਦੇ ਨਾਲ ਇਹ ਕੰਮ ਕਰਦੇ ਸੀ, ਉਹਨਾਂ ਦੇ ਵਿੱਚੋਂ ਕਿਸੇ ਨੇ ਕੋਈ ਪੈਰਵਾਈ ਨਹੀਂ ਕੀਤੀ। ਮੇਰੇ ਮਾਤਾ ਜੀ ਉੱਥੇ ਸੀਗੇ ਇਕੱਲੇ, ਔਰ ਉਸ ਵਕਤ ਇਹ ਕੈਟਸ ਵੱਲੋਂ ਧਮਕੀ ਵੀ ਦਿੱਤੀ ਗਈ ਸੀਗੀ ਕਿ ਜਿਹੜਾ ਭੋਗ ਤੇ ਜਾਊਗਾ ਜਾਂ ਪੈਰਵਾਈ ਕਰੂਗਾ ਉਹਨੂੰ ਵੀ ਖਤਮ ਕਰ ਦਿੱਤਾ ਜਾਏਗਾ। ਪਰ ਕਿਸੇ ਪੋਲੀਟੀਕਲ ਧਿਰ ਨੇ ਜਾਂ ਕਿਸੇ ਹੋਰ ਹਿਊਮਨ ਰਾਈਟਸ ਦੀ ਧਿਰ ਨੇ ਉਸ ਦੀ ਪੈਰਵਾਈ ਨਹੀਂ ਕੀਤੀ। ਪਰ ਉਸ ਟਾਈਮ ਇਹੀ ਕਹਿ ਕੇ ਕੇਸ ਬੰਦ ਕਰ ਦਿੱਤਾ ਗਿਆ ਸੀਗਾ ਕਿ ਅਨਆਇਡੈਂਟੀਫਾਈਡ ਲੋਕਾਂ ਨੇ ਕਤਲ ਕੀਤਾ ਹੈ। ਉਹ ਤੁਸੀਂ ਦੱਸਿਆ ਕਿ ਸਿਮਰਜੀਤ ਸਿੰਘ ਮਾਨਵਾ ਦੀ ਪਾਰਟੀ ਜਾਂ ਉਹਨਾਂ ਨਾਲ ਉਹਦਾ ਚੰਗੇ ਸੰਬੰਧ ਸੀ, ਉਹ ਹਾਲੇ ਵੀ ਇਹਨਾਂ ਇਸ਼ੂਸ ਤੇ ਗੱਲ ਕਰਦੇ ਨੇ ਕਿ ਉਹ ਵੀ ਨਹੀਂ ਇਸ ਗੱਲ ਤੇ ਅੱਗੇ ਆਈ ਜਦੋਂ ਤੁਹਾਡੇ ਪਿਤਾ ਜੀ ਦਾ ਕਤਲ ਹੋਇਆ? ਨਹੀਂ ਜੀ, ਉਹ ਇਸ ਚੀਜ਼ ਤੇ ਅੱਗੇ ਨਹੀਂ ਆਏ। ਉੱਥੇ ਜਦੋਂ ਉਹਨਾਂ ਦਾ ਸੰਸਕਾਰ ਔਰ ਭੋਗ ਉੱਥੇ ਹੋਇਆ, ਉੱਥੇ ਜ਼ਰੂਰ ਆਏ ਨੇ, ਪਰ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੋਈ ਇੰਟਰੈਕਸ਼ਨ ਜਾਂ ਕੋਈ ਇਹੋ ਜਿਹੀ ਪੈਰਵਾਈ ਨਹੀਂ ਕੀਤੀ ਉਹਨਾਂ ਨੇ। ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਕੈਟ ਹਾਇਰ ਕਰਕੇ ਜਿਹੜਾ ਸੀ ਉਹਨਾਂ ਤੇ ਹਮਲਾ ਕਰਾਇਆ ਗਿਆ, ਉਹਨਾਂ ਦਾ ਕਤਲ ਕੀਤਾ ਗਿਆ, ਕੀ ਇਹਦੇ ਪਿੱਛੇ ਕਿਸੇ ਬਾਅਦ ਚ ਗੱਲਾਂ ਕਈ ਵਾਰ ਸਾਹਮਣੇ ਆ ਜਾਂਦੀਆਂ ਜਾਂ ਕਈ ਵਾਰ ਨਹੀਂ ਵੀ ਆਉਂਦੀਆਂ, ਕਿ ਕੋਈ ਇਹੋ ਜਿਹੀ ਗੱਲ ਸਾਹਮਣੇ ਕਿ ਕਿਸੇ ਵੱਡੇ ਅਫਸਰ ਦੀ ਸ਼ਮੂਲੀਅਤ ਸੀ ਇਸ ਘਟਨਾ ਪਿੱਛੇ ਪੰਜਾਬ ਪੁਲਿਸ ਦੇ? ਜਦੋਂ ਜੀ ਪੈਰਵਾਈ ਹੋ ਰਹੀ ਸੀ, ਮੇਰੇ ਮਾਤਾ ਜੀ ਨੇ ਇਹਨਾਂ ਮੈਨੂੰ ਦੱਸਿਆ ਕਿ ਉੱਥੇ ਜਿੰਨੇ ਵੀ ਆਫੀਸਰਸ ਉਹਦੇ ਵਿੱਚ ਉਸ ਸਮੇਂ ਉੱਥੇ SS ਵਿਰਕ, ਅਰੋੜਾ, ਹੋਰ DIG ਜਿਹੜੇ ਉੱਥੇ ਪੈਰਵਾਈ ਕਰ ਰਹੇ ਸੀ, ਉਹਨਾਂ ਨੇ ਇਹਨੂੰ ਪੁੱਛਿਆ ਜੀ ਤੁਹਾਨੂੰ ਕਿਸੇ ਤੇ ਸ਼ੱਕ ਹੈ? ਤਾਂ ਇਹਨਾਂ ਨੇ ਇਹੀ ਕਿਹਾ ਸੀਗਾ ਕਿ ਇਹ ਸਾਰਾ ਕੁਝ ਤੁਸੀਂ ਹੀ ਕਰਾਇਆ ਹੈ। ਔਰ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਕੋਈ ਗੱਲ ਨਹੀਂ ਤੋਰੀ ਜੀ। ਉਸ ਤੋਂ ਬਾਅਦ ਇਹ ਕੇਸ ਉੱਥੇ ਠੱਪ ਹੋ ਗਿਆ, ਖਤਮ ਹੋ ਗਿਆ ਜੀ। ਪਰ ਮਤਲਬ ਤੁਹਾਡਾ ਮੰਨਣਾ ਇਹ ਹੈ ਕਿ ਜਿਹੜੀ ਉਹਨਾਂ ਵੱਲੋਂ ਮਦਦ ਕੀਤੀ ਜਾਂਦੀ ਸੀ ਨੌਜਵਾਨਾਂ ਦੀ ਜਾਂ ਪਰਿਵਾਰਾਂ ਦੀ, ਉਸ ਤੋਂ ਖਿੱਚ ਕੇ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ?
ਬਿਲਕੁਲ ਜੀ। ਉਹਦੇ ਵਿੱਚ ਜਿਹੜੇ ਲੋਕਲ ਜਿਹੜੀ ਜਿਹੜੀ ਪੋਲੀਟੀਕਲ ਧਿਰ ਜਾਂ ਜਿਹੜੀ ਪੁਲਿਸ ਦੀ ਧਿਰ ਜਾਂ ਜਿਨ੍ਹਾਂ ਨੂੰ ਇਹ ਹੈਗਾ ਕਿ ਸਾਨੂੰ ਐਕਸਪੋਜ਼ ਕਰ ਰਹੇ ਆ ਜਾਂ ਅਸੀਂ ਜੋ ਕਰਨਾ ਚਾਹੁੰਦੇ ਆ ਉਹ ਅਸੀਂ ਜੀ ਪੂਰਾ ਨਹੀਂ ਕਰ ਪਾ ਰਹੇ, ਔਰ ਇਹ ਬੰਦਾ ਆ ਜੀ ਕੇ ਇਹਨਾਂ ਲੋਕਾਂ ਨੂੰ ਬਚਾ ਲੈਂਦਾ ਆ। ਔਰ ਜੀ ਔਰ ਇਹ ਆਇਡੈਂਟੀਫਾਈ ਹੋ ਜਾਂਦਾ ਕਿ ਇਹਨਾਂ ਦਾ ਕੋਈ ਕਸੂਰ ਨਹੀਂ ਹੈ, ਇਹ ਜੀ ਬੇਕਸੂਰ ਲੋਕ ਨੇ ਜਿਹੜੇ ਸਿਰਫ ਪਿੰਡਾਂ 'ਚੋਂ ਜਾ ਕੇ ਬੱਚੇ ਚੱਕੇ ਹੋਏ ਨੇ। ਸੋ ਉਹ ਜਿਹੜਾ ਐਕਸਪੋਜ਼ਰ ਹੈ ਉਹ ਹੁੰਦਾ ਹੈ। ਸੋ ਉਹ ਅਸੀਂ ਇਹੀ ਸਮਝਦੇ ਹਾਂ ਕਿ ਉਹਦੇ ਕਰਕੇ ਉਹਨਾਂ ਦੀ ਜਿਹੜੀ ਸ਼ਹੀਦੀ ਹੋਈ ਹੈ। ਜੀ ਇੱਕ ਪੰਥਕ ਸ਼ਖਸੀਅਤ ਹੋਣ ਦੇ ਨਾਤੇ ਤੁਸੀਂ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੇ ਇਹਦਾ ਦੁੱਖ ਮਨਾਇਆ ਇਸ ਘਟਨਾ ਦਾ। ਬਹੁਤ ਸਾਰੇ ਲੋਕ ਧਮਕੀਆਂ ਦੇ ਬਾਵਜੂਦ ਵੀ ਜਿਹੜਾ ਵਾ ਉਹਨਾਂ ਦੇ ਭੋਗ ਤੇ ਪਹੁੰਚੇ। ਉਹ ਲੋਕ ਵੀ ਪਹੁੰਚੇ ਜਿਹੜੇ ਤੁਹਾਨੂੰ ਨਹੀਂ ਸੀ ਜਾਣਦੇ, ਉਹਨਾਂ ਨਾਲ ਜੁੜੇ ਹੋਏ ਜੀ। ਸੀ। ਐਜ਼ ਏ ਤੁਸੀਂ ਜੇ ਆਪਣੇ ਪੁੱਤਰ ਦੇਖੋ ਜਾਂ ਐਸੇ ਤੁਸੀਂ ਤੁਹਾਡੇ ਪਿਤਾ ਸੀਗੇ, ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਇਸ ਤਰ੍ਹਾਂ ਦੀ ਘਟਨਾ ਦਾ ਕੀ ਇਹਦਾ ਨਤੀਜਾ ਹੋਣਾ ਚਾਹੀਦਾ ਜਾਂ ਕਿਸ ਤਰ੍ਹਾਂ ਦਾ ਇਹਦਾ ਇਨਸਾਫ ਹੋਣਾ ਚਾਹੀਦਾ? ਦੇਖੋ ਜੀ, ਉਹ ਕਹਿੰਦੇ ਕਿ ਜਸਟਿਸ ਜਿਹੜਾ ਡਿਨਾਈ ਕੀਤਾ ਜਾਂਦਾ ਹੈ, ਜਿਹੜਾ ਡਿਲੇ ਹੋ ਜਾਂਦਾ ਹੈ, ਡਿਨਾਈਡ ਜਸਟਿਸ ਹੁੰਦਾ ਹੈ। ਕਿਉਂਕਿ ਦੇਖੋ 30 ਜੀ ਸਾਲ ਹੋ ਗਏ ਆ, ਸਾਡਾ ਪਰਿਵਾਰ ਕੱਲਾ ਨਹੀਂ, ਬਹੁਤ ਉੱਥੇ ਕਈ ਹੋਰ ਪਰਿਵਾਰ ਨੇ ਔਰ ਕਈ ਜੀ ਤਰ੍ਹਾਂ ਦੇ ਉੱਥੇ ਜਿਹੜੇ ਜ਼ੁਲਮ ਹੋਏ ਨੇ, ਅਟਰੋਸਿਟੀਜ਼ ਹੋਈਆਂ ਨੇ, ਔਰ ਉੱਥੇ ਕੋਈ ਜਸਟਿਸ ਕਿਤੋਂ ਮਿਲਦਾ ਨਹੀਂ ਹੈ। ਜੇ ਤੁਸੀਂ ਲੈਣ ਵੀ ਜਾਓ ਜਸਟਿਸ ਤੇ ਸਾਰੀ ਉਮਰ ਜਿਹੜੇ ਮਾਂ-ਬਾਪ ਨੇ ਜਿਨ੍ਹਾਂ ਦੇ ਬੱਚੇ ਸ਼ਹੀਦ ਕਰ ਦਿੱਤੇ ਗਏ ਨੇ, ਉਹ ਜਸਟਿਸ ਵੇਟ ਕਰਦੇ ਆਂ, ਕਚਹਿਰੀਆਂ ਦੇ ਚੱਕਰ ਲਾਉਂਦੇ ਇਸ ਦੁਨੀਆ ਤੋਂ ਚਲੇ ਗਏ ਨੇ। ਪਰ ਜੀ ਉਸ ਸਿਸਟਮ ਦੇ ਵਿੱਚ ਜਸਟਿਸ ਮਿਲਣਾ ਮੁਸ਼ਕਲ ਹੈ ਜਿੱਥੇ ਸਾਰਾ ਸਿਸਟਮ ਓਪਰੈਸਰ ਨੂੰ ਬਚਾਉਣ ਲਈ ਲੱਗਾ ਹੋਇਆ ਹੈ। ਉਹਦੇ ਵਿੱਚ ਜੀ ਤੁਸੀਂ ਜਸਟਿਸ ਕਿਸ ਤਰ੍ਹਾਂ ਕੱਢੋਗੇ? ਬਹੁਤ ਲੰਬੀ ਸਟਰਗਲ ਹੈ। ਇਹ ਕਈ ਜਨਰੇਸ਼ਨਸ ਦੀ ਸਟਰਗਲ ਹੋ ਸਕਦੀ ਹੈ ਜੇ ਤੁਸੀਂ ਜਸਟਿਸ ਲੱਭਣਾ ਉੱਥੋਂ। ਕਾਫੀ ਦੇਰ ਬਾਅਦ ਇਹ ਰੌਸ਼ਨੀ ਚ ਆਇਆ ਕੇਸ, ਕਿਉਂਕਿ ਪਹਿਲਾਂ ਸਾਡੀ ਨਜ਼ਰ ਵਿੱਚ ਵੀ ਨਹੀਂ ਸੀ। ਸੋ ਪਹਿਲਾਂ ਕਿਤੇ ਇਹਦਾ ਤੁਸੀਂ ਜ਼ਿਕਰ ਕੀਤਾ ਸੀਗਾ ਆਮ ਤੌਰ ਤੇ ਪਬਲਿਕ ਵਿੱਚ, ਜਾਂ ਲੋਕਾਂ ਨੂੰ ਪਤਾ ਸੀ, ਤੁਸੀਂ ਵੈਸੇ ਕਦੇ ਮੀਡੀਆ ਵਿੱਚ ਨਹੀਂ ਆਏ? ਹਾਂਜੀ, ਦੇਖੋ, ਮੇਰੇ ਫਾਦਰ ਸਾਹਿਬ ਨਾਲ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਸਾਰਿਆਂ ਨੂੰ ਪਤਾ ਹੈ ਉਹਨਾਂ ਦੇ ਬਾਰੇ। ਔਰ ਮੇਰੇ ਫਾਦਰ ਸਾਹਿਬ ਜਿੰਨਾ ਵੀ ਕੰਮ ਕਰਦੇ ਸੀ ਉਹਦੀ ਉਹ ਬਹੁਤ ਕੋਈ ਐਡਵਰਟਾਈਜ਼ਮੈਂਟ ਜਾਂ ਉਹ ਪਬਲਿਕਲੀ ਜਾ ਕੇ ਨਹੀਂ ਸੀ ਕਰਦੇ। ਪਰ ਜਿਹੜੇ ਉਸ ਸਮੇਂ ਦੇ ਜੀ ਲੋਕ ਅੱਜ ਵੀ ਬੈਠੇ ਹੋਏ ਨੇ, ਉਹਨਾਂ ਨੂੰ ਉਹਨਾਂ ਦੇ ਕੰਮ ਦਾ ਪਤਾ ਹੈ, ਉਹਨਾਂ ਦੇ ਸੁਭਾਅ ਦਾ ਪਤਾ ਹੈ, ਔਰ ਉਹਨਾਂ ਦਾ ਜੋ ਸਿੱਖ ਹਿਸਟਰੀ ਉਸ ਚੈਪਟਰ ਦੇ ਵਿੱਚ ਜਿਹੜੀ ਇੰਪੋਰਟੈਂਸ ਹੈ ਉਹਦਾ ਪਤਾ ਹੈ। ਔਰ ਅਸੀਂ ਵੀ ਜਦੋਂ ਇਹ 30 ਸਾਲ ਦੀ ਐਨੀਵਰਸਰੀ ਹੈ ਇਸ ਸਾਲ, ਸੋ ਉਸ ਕਰਕੇ ਅਸੀਂ ਜਿਹੜੀ ਇਹ ਗੱਲਬਾਤ ਉਹਨਾਂ ਦੀ ਕੀਤੀ ਹੈ ਕਿ ਉਹਨਾਂ ਨੂੰ ਯਾਦ ਕੀਤਾ ਜਾ ਸਕੇ। ਉਹਨਾਂ ਦਾ ਜਿਹੜਾ ਕੰਮ ਹੈ, ਉਹਨਾਂ ਦਾ ਜੋ ਦੇਣ ਹੈ ਪੰਥ ਨੂੰ ਔਰ ਸਿੱਖ ਹਿਸਟਰੀ ਨੂੰ ਜਿਹੜੀ ਦੇਣ ਹੈ, ਉਹ ਡਾਕੂਮੈਂਟ ਕਰਨੀ ਜ਼ਰੂਰੀ ਹੈ। ਕਿਉਂਕਿ ਸਿੱਖਾਂ ਤੇ ਹਮੇਸ਼ਾ ਇਹ ਦੋਸ਼ ਲੱਗਦਾ ਹੈ ਕਿ ਸਿੱਖ ਇਤਿਹਾਸ ਤਾਂ ਰਚਦੇ ਨੇ ਪਰ ਆਪਣਾ ਇਤਿਹਾਸ ਡਾਕੂਮੈਂਟ ਨਹੀਂ ਕਰਦੇ। ਸੋ ਜੀ ਉਹਨਾਂ ਦੀ ਫੈਮਿਲੀ 'ਚੋਂ ਉਹਨਾਂ ਦੇ ਬੇਟੇ ਹੋਣ ਦੇ ਨਾਤੇ ਮੈਨੂੰ ਇਹ ਮਹਿਸੂਸ ਹੋਇਆ ਕਿ ਉਹਨਾਂ ਦਾ ਜਿਹੜਾ ਕੰਮ ਹੈ ਉਹ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਜੋ ਵੀ ਸਾਡੀ ਹਿੰਮਤ ਹੈ ਉਹ ਡਾਕੂਮੈਂਟ ਜ਼ਰੂਰ ਹੋਣਾ ਚਾਹੀਦਾ ਹੈ। ਜੀ ਤਾਂ ਤੁਸੀਂ ਫਿਰ ਇਸ ਲਈ ਹੁਣ ਕੋਸ਼ਿਸ਼ ਕਰੋਗੇ ਕਿ ਉਹਨੂੰ ਕੋਈ ਕਿਤਾਬੀ ਰੂਪ ਜਾਂ ਕਿਤੇ ਲਿਖਿਆ ਜਾਵੇ ਤਾਂ ਕਿ ਉਹ ਦਰਜ ਰਹੇ ਆਉਣ ਵਾਲੀਆਂ ਪੀੜ੍ਹੀਆਂ ਲਈ? ਹਾਂਜੀ ਜੀ, ਮੈਂ ਇੱਕ ਛੋਟੀ ਜਿਹੀ ਕਿਤਾਬ ਦੇ ਉੱਤੇ ਇਸ ਵੇਲੇ ਕੰਮ ਕਰ ਰਿਹਾ ਅੰਗਰੇਜ਼ੀ ਦੇ ਵਿੱਚ, ਜੀ ਜਿਹੜਾ ਕਿ ਸਿਰਫ ਪਿਤਾ ਜੀ ਦਾ ਹੀ ਨਹੀਂ, ਜਿਹੜੇ ਮੇਰੇ ਐਜ਼ ਜਦੋਂ 12-13 ਸਾਲ ਦਾ ਮੈਂ ਉੱਥੇ ਬੱਚਾ ਸੀਗਾ, ਟੀਨੇਜਰ ਸੀਗਾ, ਕਿ ਉਸ ਜੀ ਸਮੇਂ ਜੋ ਮੈਂ ਦੇਖਿਆ ਔਰ ਸਮਝਿਆ, ਇੱਕ ਬੱਚੇ ਦੇ ਪਰਸਪੈਕਟਿਵ ਤੋਂ ਮੈਂ ਕਿਤਾਬ ਲਿਖ ਰਿਹਾ। ਔਰ ਉਹਦਾ ਜੀ ਜਿਹੜਾ ਸਾਈਕੋਲੋਜੀਕਲ ਔਰ ਤੁਹਾਡੀ ਸਾਰੀ ਜ਼ਿੰਦਗੀ ਤੇ ਜਿਹੜਾ ਅਸਰ ਪੈਂਦਾ ਸਾਰੇ ਪਰਿਵਾਰ ਤੇ, ਕਿ ਕਿਸ ਜੀ ਤਰ੍ਹਾਂ ਇੱਕ ਇਨਸੀਡੈਂਟ ਨਾਲ ਕਈ ਜਨਰੇਸ਼ਨਸ ਤੇ ਅਸਰ ਜਾਂਦਾ ਹੈ, ਉਸ ਚੀਜ਼ ਨੂੰ ਮੈਂ ਡਾਕੂਮੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ। ਅਕਸਰ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ, ਜਦੋਂ ਇਸ ਤਰ੍ਹਾਂ ਦੀ ਇੰਟਰਵਿਊਜ਼ ਕਰਦੇ ਹਾਂ ਤਾਂ ਕਈ ਲੋਕ ਕਹਿੰਦੇ ਆ ਕਿ ਜੋ ਬੱਚੇ ਬਾਹਰ ਪੈਦਾ ਹੋਏ ਨੇ ਜਾਂ ਉਹ ਅਗਲੀ ਜਨਰੇਸ਼ਨ ਨੇ, ਵੀ ਉਹ ਤਾਂ ਇਹਨਾਂ ਚੀਜ਼ਾਂ ਨੂੰ ਭੁੱਲ ਰਹੇ ਨੇ, ਇਤਿਹਾਸ ਭੁੱਲ ਰਹੇ ਨੇ। ਤੁਸੀਂ ਕਾਫੀ ਸਾਲਾਂ ਤੋਂ ਇੱਥੇ ਹੋ, ਤਕਰੀਬਨ 30-31 ਸਾਲਾਂ ਤੋਂ ਇੱਥੇ ਹੋ, ਔਰ ਤੁਸੀਂ ਇੱਥੇ ਵੀ ਅਗਲੀਆਂ ਜਨਰੇਸ਼ਨ ਦੇਖ ਰਹੇ ਹੋ। ਤੁਹਾਨੂੰ ਲੱਗਦਾ ਕਿ ਇਹ ਜਿਹੜੀਆਂ ਚੀਜ਼ਾਂ ਆ ਇਹ ਬੱਚੇ ਯਾਦ ਰੱਖ ਰਹੇ ਆ, ਉਹ ਇਹਦੇ ਬਾਰੇ ਪੜ੍ਹ ਰਹੇ ਆ, ਸਮਝ ਰਹੇ ਆ, ਜਾਂ ਫਿਰ ਭੁੱਲ ਰਹੇ ਆ? ਕਿ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਇਹ ਜੀ ਸਾਡੇ ਤੇ ਹੈ ਜੀ, ਕੀ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਹੈ, ਕੀ ਅਸੀਂ ਬੱਚਿਆਂ ਨੂੰ ਦੱਸਣਾ ਚਾਹੁੰਦੇ ਹਾਂ। ਤੇ ਜੇ ਜੀ ਦੱਸਦੇ ਹਾਂ ਤੇ ਬੱਚੇ ਸੁਣਨਗੇ, ਤੁਹਾਡੇ ਬੱਚੇ ਸੁਣਨਗੇ। ਜੀ ਹਰ ਇਨਸਾਨ ਨੂੰ ਆਪਣੇ ਪਿਛੋਕੜ ਨਾਲ ਲਗਾਵ ਹੁੰਦਾ ਹੈ। ਹਰ ਬੰਦਾ ਚਾਹੁੰਦਾ ਕਿ ਮੈਂ ਜਾਣਾ ਮੇਰੇ ਪਿਛੋਕੜ 'ਚ ਕੀ ਹੈ, ਮੇਰੀ ਹਿਸਟਰੀ ਕੀ ਹੈ, ਮੈਂ ਕਿੱਥੋਂ ਆਇਆ, ਮੇਰੇ ਰੂਟਸ ਕੀ ਨੇ। ਜੀ ਸੋ ਜੇ ਅਸੀਂ ਐਜ਼ ਅ ਜਨਰੇਸ਼ਨ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ ਹੈ, ਉਹ ਆਪਣੇ ਬੱਚਿਆਂ ਨੂੰ ਆਪਣੇ ਐਗਜ਼ਾਮਪਲਸ ਦੇਵਾਂਗੇ ਤੇ ਉਹ ਮੇਰੇ ਖਿਆਲ ਨਾਲ ਜਿਹੜੇ ਬੱਚੇ ਉਹ ਸਮਝਣਗੇ ਵੀ। ਤੇ ਜੇ ਅਸੀਂ ਉਹ ਐਗਜ਼ਾਮਪਲ ਉਹਨਾਂ ਨੂੰ ਨਹੀਂ ਦੱਸਾਂਗੇ, ਕਹਾਣੀਆਂ ਨਹੀਂ ਦੱਸਾਂਗੇ, ਤੇ ਉਹ ਨਹੀਂ ਸੁਣਨਗੇ। ਸੋ ਇਸੇ ਜੀ ਕਰਕੇ ਸਾਨੂੰ ਵੀ ਨਵੀਂ ਜਨਰੇਸ਼ਨ ਦੇ ਨਾਲ ਨਵੇਂ ਕ੍ਰੀਏਟਿਵ ਤਰੀਕਿਆਂ ਦੇ ਨਾਲ ਜਿਹੜੀ ਇਨਫੋਰਮੇਸ਼ਨ ਉਹ ਉਹਨਾਂ ਨੂੰ ਸਮਝ ਲੱਗਦੀ ਹੈ, ਜਿਹੜੇ ਤਰੀਕੇ ਨਾਲ, ਉਸ ਜੀ ਤਰੀਕੇ ਨਾਲ ਉਹਨਾਂ ਨੂੰ ਸਮਝਾਉਣਾ ਪੈਣਾ ਹੈ।
ਜਿਵੇਂ ਤੁਸੀਂ ਕਿਹਾ ਸੀ ਤੁਸੀਂ ਕਿਤਾਬ ਤੇ ਕੰਮ ਕਰ ਰਹੇ ਹੋ, ਫਿਰ ਉਹਦੇ ਲਈ ਬਹੁਤ ਸਾਰੀ ਸਮੱਗਰੀ ਚਾਹੀਦੀ ਹੁੰਦੀ ਆ, ਖਾਸ ਕਰਕੇ ਕਈ ਵਾਰ ਤੁਹਾਨੂੰ ਐਗਜ਼ਾਮਪਲ ਵੀ ਦੇਣੀਆਂ ਪੈਂਦੀਆਂ, ਕੁਛ ਘਟਨਾਵਾਂ ਦਾ ਜ਼ਿਕਰ ਕਰਨਾ ਪੈਂਦਾ। ਫਿਰ ਤੁਸੀਂ ਜਿਹੜੇ ਤੁਹਾਡੇ ਫਾਦਰ ਸਾਹਿਬ ਨਾਲ ਲੋਕ ਜੁੜੇ ਹੋਏ ਸੀ, ਉਹਨਾਂ ਕੋਲੋਂ ਕੋਈ ਇਹੋ ਜਿਹੇ ਘਟਨਾਵਾਂ ਦਾ ਜ਼ਿਕਰ ਸੁਣਿਆ ਜਾਂ ਇਕੱਠਾ ਕੀਤਾ ਇਹੋ ਜਿਹਾ ਕੋਈ ਮਟੀਰੀਅਲ ਕਿ ਜਿਹਦੇ ਵਿੱਚ ਹੋਵੇ ਕਿ ਉਹਨਾਂ ਨੇ ਕਿਸ ਅਫਸਰ ਕੋਲੋਂ ਕਿਸ ਤਰ੍ਹਾਂ ਕਿਸੇ ਨੌਜਵਾਨ ਦੀ ਜਾਨ ਬਚਾਈ ਹੋਵੇ? ਹਾਂਜੀ ਜੀ, ਥੋੜੀ ਬਹੁਤ ਕੋਸ਼ਿਸ਼ ਸ਼ੁਰੂ ਹੈ ਔਰ ਕੁਝ ਐਗਜ਼ਾਮਪਲਸ ਮੈਨੂੰ ਮਿਲੇ ਵੀ ਹੈ। ਪਰ ਜੀ, ਮੇਰਾ ਇਹ ਸਮਝਣਾ ਹੈ ਕਿ ਸੱਚ ਲਿਖਣ ਲੱਗਿਆਂ ਤੁਹਾਨੂੰ ਸੋਚਣਾ ਨਹੀਂ ਪੈਂਦਾ, ਸੱਚ ਨੂੰ ਬਹੁਤੇ ਸ਼ਬਦ ਨਹੀਂ ਚਾਹੀਦੇ। ਸੋ ਮੈਂ ਉਸ ਜੀ, ਕਿਤਾਬ 'ਚ ਉਹੀ ਲਿਖ ਰਿਹਾ ਜੋ ਮੈਜੋਰਿਟੀ ਮੈਂ ਦੇਖਿਆ, ਮੈਂ ਮਹਿਸੂਸ ਕੀਤਾ ਹੈ, ਔਰ ਜੋ ਜੀ, ਮੇਰੀ ਮਾਤਾ ਜੀ ਦੀ ਜ਼ਿੰਦਗੀ ਰਹੀ ਹੈ, ਮੈਂ ਜੋ ਉੱਥੇ ਦੇਖਿਆ ਹੈ, ਉਸ ਨੂੰ ਜ਼ਿਆਦਾ ਡਾਕੂਮੈਂਟ ਕੀਤਾ ਹੈ। ਔਰ ਉਸ ਤੋਂ ਬਾਅਦ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਮੈਂ ਕਈ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਸੀ ਉਹਨਾਂ ਤੋਂ ਕਈ ਐਗਜ਼ਾਮਪਲਸ ਵੀ ਲਏ ਨੇ, ਔਰ ਜੀ। ਉਹਨਾਂ ਦਾ ਰੈਫਰੈਂਸ ਵੀ ਦਿੱਤਾ ਜਾਏਗਾ। ਕੋਈ ਸਾਡੇ ਨਾਲ ਕੋਈ ਸਾਂਝੀ ਕਰਨੀ ਚਾਹੋਗੇ ਕੋਈ ਸਾਡੇ ਦਰਸ਼ਕਾਂ ਨੂੰ? ਹਾਂਜੀ, ਮੈਂ ਰੀਸੈਂਟਲੀ ਇੱਕ ਛੋਟੀ ਜਿਹੀ ਵੀਡੀਓ ਫੇਸਬੁੱਕ ਤੇ ਪਾਈ ਸੀ ਉਹਨਾਂ ਦੀ 20th ਐਨਵਰਸਰੀ ਤੇ, ਔਰ ਇਹੀ ਗੱਲ ਜੀ, ਉੱਥੇ ਕੀਤੀ ਸੀਗੀ ਕਿ ਉਹਨਾਂ ਨੇ ਕਾਫੀ ਨੌਜਵਾਨ ਬਚਾਇਆ ਹੈ। ਔਰ ਬੜੀ ਇੰਟਰਸਟਿੰਗਲੀ, ਔਰ ਜਿਹੜੀ ਕਿ ਕਈ ਲੋਕਾਂ ਨੇ ਆਪਣੇ ਕਮੈਂਟਸ ਕੀਤੇ ਨੇ, ਉਹ ਲੋਕ ਜਿਨ੍ਹਾਂ ਨੂੰ ਪਿਤਾ ਜੀ ਨੇ ਬਚਾਇਆ ਹੈ, ਉਹਨਾਂ ਨੇ ਜੀ, ਦੱਸੀ ਆਪਣੀ ਕਹਾਣੀ ਕਿ ਸਾਨੂੰ ਤੇਰੇ ਪਿਤਾ ਜੀ ਨੇ ਕਿਵੇਂ ਬਚਾਇਆ ਹੈ। ਔਰ ਕਈ ਰਿਸ਼ਤੇਦਾਰ ਉਹਨਾਂ ਬੱਚਿਆਂ ਦੇ, ਉਹਨਾਂ ਨੇ ਦੱਸਿਆ ਕਿ ਸਾਡਾ ਫਲਾਣਾ ਬੰਦਾ ਸੀ, ਉਸ ਨੂੰ ਤੁਹਾਡੇ ਪਿਤਾ ਜੀ ਨੇ ਕਿਵੇਂ ਬਚਾਇਆ ਹੈ। ਔਰ ਇਹ ਇਨਫੋਰਮੇਸ਼ਨ ਕਾਫੀ ਜਿਹੜੀ ਆ ਰਹੀ ਹੈ, ਔਰ ਮੈਂ ਹੋਪਫੁਲ ਹਾਂ ਕਿ ਇਹੋ ਜਿਹੀ ਇਨਫੋਰਮੇਸ਼ਨ ਹੋਰ ਆਏਗੀ। ਇੱਕ ਇਨਸੀਡੈਂਟ ਦੇ ਵਿੱਚ ਕਿਸੇ ਨੇ ਦੱਸਿਆ ਕਿ ਸਾਡਾ ਰਿਸ਼ਤੇਦਾਰੀ 'ਚ ਮੁੰਡਾ, ਉਸ ਨੂੰ ਜਲੰਧਰ ਦੇ ਜੇਲ੍ਹ 'ਚੋਂ ਛੱਡਿਆ ਜਾ ਰਿਹਾ ਸੀ, ਪਰ ਜਦੋਂ ਰਿਹਾ ਕਰਤਾ ਤੇ ਦੁਬਾਰਾ ਕੇਸ ਪਾ ਕੇ ਉਹਨੂੰ ਅੰਦਰ ਕਰ ਰਹੇ ਸੀ। ਔਰ ਜੀ, ਮੇਰੇ ਪਿਤਾ ਜੀ ਅੱਗੋਂ ਦੀ ਜਾ ਰਹੇ ਸੀ, ਜਿਨ੍ਹਾਂ ਨੇ ਰੌਲਾ ਸੁਣ ਕੇ ਉੱਥੇ ਆ ਗਏ, ਔਰ ਉਹਨਾਂ ਨੇ ਜੀ। ਉਸ ਬੱਚੇ ਨੂੰ ਪੁਲਿਸ ਵਾਲਿਆਂ ਤੋਂ ਉੱਥੋਂ ਛੁਡਾ ਕੇ ਉਹਦੇ ਘਰ ਛੱਡ ਕੇ ਆਏ। ਬਲਜੀਤ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ। ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ ਤੇ ਆਪਣੇ ਜੋ ਤੁਹਾਡੇ ਫਾਦਰ ਸਾਹਿਬ ਦਾ ਜੋ ਉਹਨਾਂ ਦਾ ਸੈਕਰੀਫਾਈਸ ਹੈ ਉਹਦੇ ਬਾਰੇ ਜਾਣੂ ਕਰਾਇਆ। ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ। ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ, ਥੈਂਕ ਯੂ। ਸੋ ਇਹ ਸਨ ਬਲਜੀਤ ਸਿੰਘ ਘੁੰਮਣ, ਜਿਨ੍ਹਾਂ ਨੇ ਦੱਸਿਆ, ਉਹਨਾਂ ਨੇ ਸਾਂਝੀ ਕੀਤੀ ਕਿ ਉਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਬਲਦੇਵ ਸਿੰਘ ਘੁੰਮਣ, ਜੋ ਕਿ ਫੌਜ ਤੋਂ ਰਿਟਾਇਰ ਸਨ। 19-20 ਸਾਲ ਦੀ ਉਹਨਾਂ ਦੀ ਉੱਥੇ ਸਰਵਿਸ ਸੀ। ਉਸ ਤੋਂ ਬਾਅਦ ਜਦੋਂ ਫੌਜ ਦੇ ਵਿੱਚ ਇਸ ਤਰ੍ਹਾਂ ਦਾ ਵਿਤਕਰਾ ਹੋਣ ਲੱਗ ਪਿਆ ਤਾਂ ਉਹਨਾਂ ਨੇ ਉੱਥੋਂ ਅਸਤੀਫਾ ਦੇ ਕੇ ਤੋਂ ਪੰਥਕ ਧਿਰਾਂ ਨਾਲ ਆ ਜੁੜੇ ਤੇ ਬਹੁਤ ਸਾਰੇ ਨੌਜਵਾਨਾਂ ਦੀ ਜਾਨ ਬਚਾਈ। ਸੋ ਉਹਨਾਂ ਬਾਰੇ ਇਹ ਅੱਜ ਸਾਰੀ ਪੇਸ਼ਕਸ਼ ਜਿਹੜੀ ਸੀ ਉਹਨਾਂ ਨਾਲ ਸੰਬੰਧਿਤ ਸੀ। ਸੋ ਕੋਸ਼ਿਸ਼ ਕਰਾਂਗੇ ਹੋਰ ਵੀ ਇਸ ਤਰ੍ਹਾਂ ਦੇ ਇਤਿਹਾਸ ਦੇ ਪੰਨਿਆਂ 'ਚੋਂ ਕੁਛ ਘਟਨਾਵਾਂ ਕੱਢ ਕੇ ਲੈ ਕੇ ਆਈਏ ਤੇ ਉਹ ਤੁਹਾਡੇ ਨਾਲ ਸਾਂਝਾ ਕਰੀਏ। ਫਿਲਹਾਲ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।